ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਦਿੱਤ ਸਿੰਘ ਜੀ ਦੀ ਰਚਨਾ ਦੁਰਗਾ ਪ੍ਰਬੋਧ ਭਾਗ 22ਵਾਂ। ਦੋਹਰਾ ਤਾਂ ਤੇ ਸਮਝ ਪਿਆਰਿਆ ਨਹੀਂ ਭਗਉਤੀ ਚੰਡ, ਵਹਿ ਈਸ਼ਰ ਦਾ ਨਾਮ ਹੈ ਜਿਨ ਰਚਿਆ ਬ੍ਰਹਮੰਡ। ਯੋਗਕ ਰੂੜੀ ਲੱਛਣਾ ਸ਼ਬਦ ਹੋਤ ਹੈ ਤਿੰਨ, ਜਿਨ ਕਰ ਲਖ ਪਛਾਨੀਐ ਸਭ ਤੇ ਕਰਕੇ ਭਿੰਨ। ਭਾਵ ਇਸ ਦਾ ਭਾਵ ਇਹ ਹੈ ਕਿ ਸ਼ਬਦ ਤਿੰਨ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਯੋਗਕ ਅਤੇ ਦੂਜੇ ਰੂੜੀ ਅਤੇ ਤੀਜੇ ਲਾਛਣਕ ਸਦਾਉਂਦੇ ਹਨ। ਇਹਨਾਂ ਦੁਆਰੇ ਪਦ ਪਦਾਰਥ ਦਾ ਗਿਆਨ ਸੁਭਾਵਿਕ ਹੀ ਹੋ ਜਾਂਦਾ ਹੈ। ਯੋਗਕ ਪਦ ਉਹ ਹੁੰਦੇ ਹਨ ਜੋ ਕਿਸੇ ਗੁਣ ਕਰਮ ਅਤੇ ਸੁਭਾਅ ਨੂੰ ਲੈ ਕੇ ਆਖੇ ਜਾਣ, ਜੈਸਾ ਕਿ ਚਾਰਪਾਈ ਨਾਲ ਮੰਜੀ ਦਾ ਇਸ ਵਾਸਤੇ ਹੈ। ਚਾਰਪਾਈ ਨਾਮ ਮੰਜੀ ਦਾ ਇਸ ਵਾਸਤੇ ਹੈ ਜੋ ਉਸ ਦੇ ਚਾਰ ਪਾਵੇ ਹੁੰਦੇ ਹਨ। ਇਸੇ ਤਰ੍ਹਾਂ ਰੂੜੀ ਪਦ ਉਹ ਹੁੰਦੇ ਹਨ ਜੋ ਕਿਸੇ ਵਸਤੂ ਦੇ ਸਮਝਣ ਲਈ ਸੰਕੇਤ ਕੀਤੇ ਹੋਣ, ਜੈਸਾ ਕਿ ਮੰਜਾ। ਇਸ ਤੇ ਇਹ ਸਿੱਧ ਨਹੀਂ ਹੁੰਦਾ ਕਿ ਮੰਜਾ ਕਿਸ ਗੁਣ ਕਰਕੇ ਇਸ ਦਾ ਨਾਮ ਰੱਖਿਆ ਗਿਆ ਹੈ, ਪਰੰਤੂ ਇਸ ਪਦ ਤੇ ਮੰਜੇ ਦਾ ਗਿਆਨ ਹੋ ਜਾਂਦਾ ਹੈ। ਇਸੇ ਤਰ੍ਹਾਂ ਲਾਛਣਕ ਪਦ ਉਹ ਹੁੰਦੇ ਹਨ ਜੋ ਸਿੱਧੇ ਤੌਰ ਪਰ ਆਪਣੇ ਲਾਛ ਨੂੰ ਨਾ ਪ੍ਰਗਟ ਕਰਨ, ਕਿੰਤੂ ਕਿਸੇ ਦੂਸਰੇ ਦੇ ਨਾਲ ਸੰਬੰਧ ਰੱਖ ਕੇ ਉਸ ਦਾ ਗਿਆਨ ਕਰਨ। ਗੁਰੂ ਜੀ ਮਹਾਰਾਜ ਨੇ ਅਕਾਲ ਪੁਰਖ ਦੇ ਬਹੁਤ ਸਾਰੇ ਯੋਗਿਕ ਨਾਮ ਹੀ ਕਥਨ ਕੀਤੇ ਹਨ, ਜੈਸਾ ਕਿ ਸ਼੍ਰੀ ਮੁਖ ਵਾਕ ਹੈ, ਯਥਾ ਤਵ ਸਰਬ ਨਾਮ ਕਥਾ ਕਮਨ ਕਰਮ ਨਾਮ ਵਰਨਤ ਸੁਮਤ। ਅਰਥਾਤ हे ਅਕਾਲ ਪੁਰਖ, ਤੇਰੇ ਸਾਰੇ ਨਾਮ ਕੋਈ ਨਹੀਂ ਆਖ ਸਕਦਾ, ਕਿੰਤੂ ਬੁੱਧੀਵਾਨ ਪੁਰਖਾਂ ਨੇ ਤੇਰੇ ਕਰਮ ਜਾਂ ਗੁਣ ਕਰਕੇ ਸਾਰੇ ਨਾਮ ਕਲਪੇ ਹੋਏ ਹਨ ਜੋ ਬੋਲੇ ਜਾਂਦੇ ਹਨ, ਔਰ ਉਹ ਨਾਮ ਯੋਗਿਕ ਨਾਮ ਹਨ, ਜੈਸਾ ਕਿ ਪਰਮੇਸ਼ਰ, ਜਗਤੇਸ਼ਰ ਅਤੇ ਕਰਤਾ ਪੁਰਖ ਆਦਿਕ ਪਾਏ ਜਾਂਦੇ ਹਨ। ਇਸ ਵਾਸਤੇ ਭਗਉਤੀ ਪਦ ਦਾ ਅਰਥ ਵੀ ਅਕਾਲ ਪੁਰਖ ਹੀ ਹੈ, ਔਰ ਇਹ ਉਸ ਦਾ ਯੋਗਿਕ ਨਾਮ ਹੈ, ਕਿਉਂਕਿ ਇਹ ਭਾਗਵਤ ਅਤੇ ਇਤੀ ਇਹਨਾਂ ਤਿੰਨਾਂ ਪਦਾਂ ਤੇ ਬਣਿਆ ਹੋਇਆ ਹੈ, ਜਿਸ ਦਾ ਅਰਥ ਉਹ ਭਾਗਾਂ ਵਾਲਾ ਹੈ, ਅਰਥਾਤ ਉਹ ਹਿੱਸਿਆਂ ਵਾਲਾ ਹੈ। ਪਰੰਤੂ ਈ ਪਾਦ ਤੇ ਲਾਉਣ ਤੇ ਇਹ ਇਸਤਰੀ ਲਿੰਗ ਬਣ ਜਾਂਦਾ ਹੈ, ਜਿਸ ਤੇ ਭਗਵਤੀ ਜਾਂ ਭਗਉਤੀ ਬਣ ਜਾਂਦਾ ਹੈ, ਕਿੰਤੂ ਫਿਰ ਵੀ ਇਸ ਦਾ ਅਰਥ ਈਸ਼ਵਰ ਹੀ ਰਹਿੰਦਾ ਹੈ, ਕਿਉਂਕਿ ਉਪਾਸ਼ਨਾ ਕਾਲ ਵਿੱਚ ਉਸ ਨੂੰ ਮਹਾਨ ਜੋਤ ਅਤੇ ਮਹਾਨ ਸ਼ਕਤੀ ਕਰਕੇ ਬੋਲਣ ਤੇ ਇਹ ਨਹੀਂ ਪਾਇਆ ਜਾਂਦਾ ਕਿ ਉਹ ਇੱਕ ਬੁੱਢੀ ਮਾਈ ਹੈ। ਜੈਸਾ ਕਿ ਇੱਕ ਮਹਾਰਾਜਾ ਨੂੰ ਤਖਤ ਪਰ ਬੈਠਾ ਦੇਖ ਕੇ ਸਰ ਬੈਠੀ ਹੈ ਆਖਿਆ ਜਾਏ ਤਾਂ ਇਸ ਦਾ ਇਹ ਭਾਵ ਨਹੀਂ ਕਿ ਕੋਈ ਇਸਤਰੀ ਬੈਠੀ ਹੈ। ਇਸੇ ਤਰ੍ਹਾਂ ਸੰਸਕ੍ਰਿਤ ਦਾ ਭਗਵਤੀ ਪਦ ਦਾ ਜੋ ਪੰਜਾਬੀ ਵਿੱਚ ਭਗਉਤੀ ਕਰਕੇ ਆਖਿਆ ਗਿਆ ਹੈ, ਭਾਵ ਅਕਾਲ ਪੁਰਖ ਹੀ ਹੈ, ਪਰੰਤੂ ਉਹ ਭਾਗ 6 ਦੱਸੇ ਗਏ ਹਨ, ਔਰ ਇਹ ਸੰਕੇਤ ਕੀਤਾ ਹੈ ਕਿ ਜਿਸ ਵਿੱਚ ਇਹ 6 ਭਾਗ ਪਾਏ ਜਾਣ ਸੋ ਭਗਵਾਨ ਅਰਥਾਤ ਈਸ਼ਵਰ ਹੈ, ਜਿਨ੍ਹਾਂ ਦੇ ਨਾਮ ਇਹ ਹਨ ਸੰਪੂਰਨ ਯਸ਼, ਪਹਿਲਾ ਸੰਪੂਰਨ ਲక్ష్ਮੀ, ਸੰਪੂਰਨ ਈਸ਼ਰਜ, ਸੰਪੂਰਨ ਗਿਆਨ, ਸੰਪੂਰਨ ਵੀਰਜ ਅਤੇ ਸੰਪੂਰਨ ਵੈਰਾਗਯ। ਇਹ ਖੱਟ ਗੁਣ ਜਿਸ ਵਿੱਚ ਪਾਏ ਜਾਣ ਸੋ ਭਗਵਤ ਜਾਂ ਈਸ਼ਵਰ ਕਹਿ ਸਕੀਦਾ ਹੈ, ਪਰੰਤੂ ਜਦ ਵਿਚਾਰ ਕੇ ਦੇਖਿਆ ਜਾਏ ਤਾਂ ਜਗਤ ਵਿੱਚ ਕੋਈ ਵੀ ਐਸਾ ਪਦਾਰਥ ਨਹੀਂ ਹੈ ਜਿਸ ਵਿੱਚ ਇਹ ਸਾਰੇ ਗੁਣ ਪਾਏ ਜਾਣ, ਕਿੰਤੂ ਸਾਰੇ ਤਾਂ ਕਿਧਰੇ ਰਹੇ ਕੇਵਲ ਇੱਕ ਗੁਣ ਵੀ ਪੂਰਾ ਕਿਸੇ ਸੰਸਾਰਿਕ ਪਦਾਰਥ ਵਿੱਚ ਨਹੀਂ ਪਾਇਆ ਜਾਂਦਾ, ਕਿਉਂਕਿ ਸੰਪੂਰਨ ਗਿਆਨ ਜਾਂ ਵੀਰ ਕੋਈ ਵੀ ਪਦਾਰਥ ਨਹੀਂ ਰੱਖ ਸਕਦਾ ਜਿਸ ਤੇ ਉਹ ਭਗਵਤ ਹੋਣ ਦੇ ਯੋਗ ਕਿਹਾ ਜਾਏ। ਹੁਣ ਸਾਨੂੰ ਵਿਚਾਰ ਕੇ ਦੇਖਣਾ ਚਾਹੀਦਾ ਹੈ ਕਿ ਜਿਸ ਦੇ ਭਗਉਤੀ ਜਾਂ ਦੁਰਗਾ ਅਤੇ ਚੰਡੀ ਆਦਿਕ ਨਾਮ ਇਹਨਾਂ ਲੋਕਾਂ ਵੱਲੋਂ ਆਖੇ ਜਾਂਦੇ ਹਨ, ਸੋ ਕਿਆ ਉਹ ਇਹਨਾਂ ਉੱਪਰਲੇ ਗੁਣਾਂ ਵਾਲੀ ਹੋ ਸਕਦੀ ਹੈ? ਪਰੰਤੂ
ਵਿਵੇਚਨਾ ਕਰਨ ਤੇ ਉਸ ਵਿੱਚ ਇਹਨਾਂ 6 ਗੁਣਾਂ ਵਿੱਚੋਂ ਇੱਕ ਗੁਣ ਵੀ ਨਹੀਂ ਪਾਇਆ ਜਾਂਦਾ, ਜਿਸ ਦਾ ਕਾਰਨ ਇਹ ਹੈ ਕਿ ਉਸੀ ਦੁਰਗਾ ਨੂੰ ਦੱਸਦੇ ਜਾਂ ਉਸੀ ਦੁਰਗਾ ਨੂੰ ਉਸ ਦੇ ਉਪਾਸਕਾਂ ਵੱਲੋਂ ਮਹਾਮਾਇਆ ਪ੍ਰਧਾਨ ਅਤੇ ਸ਼ਕਤੀ ਕਰਕੇ ਪੁਕਾਰਿਆ ਜਾਂਦਾ ਹੈ, ਜਿਸ ਤੇ ਉਸੇ ਮਾਇਆ ਨੂੰ ਮਹਾਨਿੰਦਿਤ ਅਗਿਆਨ ਅਤੇ ਤਮ ਰੂਪ ਕਰਕੇ ਵੱਡੇ ਵੱਡੇ ਵਿਦਵਾਨਾਂ ਨੇ ਕਥਨ ਕੀਤਾ ਹੈ। ਔਰ ਇਹ ਆਖਦੇ ਹਨ ਕਿ ਸੰਪੂਰਨ ਅਨਰਥਾਂ ਦਾ ਕਾਰਨ ਮਾਇਆ ਹੀ ਹੈ, ਜਿਸ ਤੇ ਇਸ ਦੇ ਨਾਮ ਵਾਸਤੇ ਸੰਪੂਰਨ ਮਹਾਤਮਾ ਜਪ ਤਪ ਅਤੇ ਵੈਰਾਗ ਤਿਆਗ ਕਰ ਰਹੇ ਹਨ। ਇਸ ਵਾਸਤੇ ਸਾਬਤ ਹੁੰਦਾ ਹੈ ਕਿ ਮਾਇਆ ਜਾਂ ਦੇਵੀ ਸੰਪੂਰਨ ਯਸ਼ ਦਾ ਆਧਾਰ ਨਹੀਂ ਹੋ ਸਕਦੀ। ਇਸੇ ਤਰ੍ਹਾਂ ਸੰਪੂਰਨ ਲక్ష్ਮੀ ਦੀ ਅਦਭੁਤ ਵੀ ਨਹੀਂ ਹੋ ਸਕਦੀ, ਕਿਉਂਕਿ ਮਾਇਆ ਵੀ ਇੱਕ ਪ੍ਰਕਾਰ ਦਾ ਐਸਾ ਹੀ ਕਲਪਿਤ ਪਦਾਰਥ ਹੈ ਜਿਸ ਤਰ੍ਹਾਂ ਹੋਰ ਪਦਾਰਥ ਹਨ, ਤਾਂ ਤੇ ਇਸ ਨੂੰ ਸੰਪੂਰਨ ਪਦਾਰਥਾਂ ਦਾ ਮਾਲਕ ਅੰਗੀਕਾਰ ਕਰਨਾ ਅਯੁਕਤ ਹੈ ਔਰ ਨਾ ਹੋ ਹੀ ਸਕਦਾ ਹੈ। ਇਸੇ ਪ੍ਰਕਾਰ ਸਾਰੀ ਈਸ਼ਵਰਤਾ ਦੀ ਆਦਪਤ ਇਹ ਮਾਇਆ ਨਹੀਂ ਹੋ ਸਕਦੀ, ਕਿੰਤੂ ਇਹ ਵੀ ਹੋਰਨਾਂ ਵਸਤੂਆਂ ਵਾਂਗ ਇੱਕ ਈਸ਼ਵਰ ਜਤਾ ਦਾ ਹਿੱਸਾ ਹੈ, ਨਾ ਕਿ ਮਾਲਕ। ਇਸ ਦੇ ਅੱਗੇ ਸੰਪੂਰਨ ਗਿਆਨ ਵੀ ਇਸ ਨੂੰ ਨਹੀਂ ਹੈ, ਕਿਉਂਕਿ ਮਾਇਆ ਤਾਂ ਨਾਮ ਹੀ ਅਗਿਆਨ ਦਾ ਹੈ। ਇਸ ਵਾਸਤੇ ਜਿਸ ਤਰ੍ਹਾਂ ਅੰਧੇਰਾ ਕਿਸੇ ਪਦਾਰਥ ਦਾ ਗਿਆਤਾ ਨਹੀਂ ਹੈ, ਇਸੇ ਤਰ੍ਹਾਂ ਅਗਿਆਨ ਵੀ ਗਿਆਨ ਜਾਂ ਹੋਰਨਾਂ ਪਦਾਰਥਾਂ ਦਾ ਗਿਆਤਾ ਨਹੀਂ ਹੋ ਸਕਦਾ। ਪੰਜਵਾਂ, ਬੀਰਜ ਅਰਥਾਤ ਸੰਪੂਰਨ ਸ੍ਰਿਸ਼ਟੀ ਦਾ ਕਰਤਾ ਹੋਣ ਦਾ ਲਖਣ ਵੀ ਮਾਇਆ ਵਿੱਚ ਪੂਰਾ ਨਹੀਂ ਘੜ ਸਕਦਾ, ਕਿਉਂਕਿ ਇਹ ਸੁਤੰਤਰ ਕਰਤਾ ਕਦੇ ਵੀ ਨਹੀਂ ਹੋ ਸਕਦੀ, ਜਿਸ ਤੇ ਨਿਰਾਸਰੇ ਰਹਿਣਾ ਹੀ ਇਸ ਦਾ ਸੰਭਵ ਹੈ। ਕਿੰਤੂ ਬਹੁਤ ਲੋਕਾਂ ਨੇ ਈਸ਼ਵਰ ਦੀ ਸੱਤਾ ਨੂੰ ਪਾ ਕੇ ਕਾਰਨ ਮੰਨੀ ਹੈ, ਪਰੰਤੂ ਫਿਰ ਵੀ ਉਹਨਾਂ ਨੇ ਇਹ ਮੰਨਿਆ ਹੈ ਕਿ ਸੁਤੰਤਰ ਕਾਰਨ ਨਹੀਂ ਹੋ ਸਕਦੀ। ਇਸ ਵਾਸਤੇ ਸੰਪੂਰਨ ਬੀਰਜਤਾ ਵੀ ਇਸ ਵਿੱਚ ਨਹੀਂ ਪਾਈ ਜਾਂਦੀ। ਇਸੇ ਤਰ੍ਹਾਂ 6ਵਾਂ ਭਾਗ ਵੈਰਾਗ ਹੈ, ਸੋ ਇਹ ਤਾਂ ਇਸ ਵਿੱਚ ਹੋਣਾ ਹੀ ਅਸੰਭਵ ਹੈ, ਕਿੰਤੂ ਉਲਟਾ ਰਾਗ ਅਰਥਾਤ ਬੰਧਨਾਂ ਦਾ ਕਾਰਨ ਹੈ, ਜਿਸ ਦੇ 6 ਭਾਗ ਵਿੱਚ ਨਾ ਹੋਣ ਤੇ ਭਗਉਤੀ ਪਦ ਦਾ ਅਸਪਦ ਹੋਣਾ ਇਸ ਵਿੱਚ ਨਹੀਂ ਪਾਇਆ ਜਾਂਦਾ, ਪਰੰਤੂ ਇਹ ਸਾਰੇ ਭਾਗ ਇੱਕ ਅਕਾਲ ਪੁਰਖ ਵਿੱਚ ਹੀ ਪਾਏ ਜਾਂਦੇ ਹਨ, ਜਿਸ ਦੇ ਭਗਉਤੀ ਪਦ ਉਸੇ ਦਾ ਬੋਧਕ ਹੋ ਸਕਦਾ ਹੈ। ਇਸ ਵਾਸਤੇ ਜਦ ਇਸ ਯੋਗਕ ਪਦ ਦਾ ਲక్ష్ਯ ਅਰਥ ਵਿਚਾਰ ਕੇ ਦੇਖਿਆ ਜਾਏ ਤਾਂ ਭਗਉਤੀ ਕੇਵਲ ਅਕਾਲ ਪੁਰਖ ਦਾ ਹੀ ਨਾਮ ਹੈ, ਜਿਸ ਤੇ ਉਹ ਖੱਟ ਭਾਗ ਸੰਪੰਨ ਹੈ। ਇਸ ਦੇ ਸਿੱਧ ਹੁੰਦਾ ਹੈ ਕਿ ਗੁਰੂ ਜੀ ਨੇ ਯੋਗਕ ਸ਼ਬਦ ਦੁਆਰੇ ਅਕਾਲ ਪੁਰਖ ਨੂੰ ਹੀ ਭਗਉਤੀ ਅਰਥਾਤ ਖੱਟ ਭਾਗ ਸੰਪੰਨ ਆਖ ਕੇ ਉਸ ਦਾ ਮੰਗਲ ਇਸ ਜੰਗ ਵਾਲੇ ਚੰਡੀ ਦੇ ਕਿੱਸੇ ਵਿੱਚ ਕੀਤਾ ਹੈ, ਜਿਸ ਪਰ ਅਗਿਆਨੀ ਲੋਕਾਂ ਨੇ ਦੇਵੀ ਦੀ ਉਸਤਤ ਮੰਨ ਲੀਤੀ ਹੈ ਔਰ ਨਿਸ਼ਚਾ ਕਰ ਲਿਆ ਹੈ ਕਿ ਗੁਰੂ ਜੀ ਨੇ ਉਸ ਨੂੰ ਮੰਨਿਆ ਹੈ, ਪਰੰਤੂ ਗੁਰੂ ਜੀ ਦੇ ਸਿਧਾਂਤ ਨੂੰ ਨਹੀਂ ਸੋਚਿਆ। ਦੂਸਰਾ, ਖਾਲਸਾ ਦੇ ਬੋਲਿਆਂ ਵਿੱਚ ਵੀ ਇਹ ਇੱਕ ਮੁਹਾਵਰੇ ਦੇ ਢੰਗ ਪਰ ਤੇਗ ਨੂੰ ਭਗਉਤੀ, ਛੋਟੇ ਨੂੰ ਭਗਉਤਾ, ਛੋਟੀ ਨੂੰ ਫਤਿਹ ਜਾਂ ਛੱਟੀ ਨੂੰ ਫਤਿਹ, ਕਮੈਤ ਅਤੇ ਬੰਦੂਕ ਨੂੰ ਰਾਮਜੰਗਾ ਆਖਿਆ ਜਾਂਦਾ ਹੈ, ਜਿਸ ਦਾ ਅਰਥ ਇੱਥੇ ਭਗਉਤੀ ਅਰ ਭਗਉਤਾ ਕਹਿਣ ਤੇ ਭਾਗ ਅਰਥਾਤ ਜੁਦੇ ਹਿੱਸੇ ਕਰ ਦੇਣ ਵਾਲਾ ਹੈ, ਕਿਉਂਕਿ ਇਹ ਆਮ ਮੁਹਾਵਰਾ ਹੈ ਕਿ ਫਲਾਣੇ ਨੇ ਤਲਵਾਰ ਜਾਂ ਸੋਟੇ ਦੇ ਜ਼ੋਰ ਨਾਲ ਮੁਲਕ ਦੇ ਹਿੱਸੇ ਕਰ ਦਿੱਤੇ। ਭਾਵੇਂ ਭਗਉਤੀ ਪਰ ਪਦ ਦੇ ਤਲਵਾਰ, ਭਗਤੀ ਅਤੇ ਕਿਸੇ ਖਾਸ ਮਤ ਆਦਿਕ ਦੇ ਵੀ ਨਾਮ ਹੋਣਗੇ, ਪਰੰਤੂ ਗੁਰੂ ਜੀ ਦਾ ਭਾਵ ਕੇਵਲ ਅਕਾਲ ਪੁਰਖ ਦਾ ਹੀ ਹੈ, ਜੈਸਾ ਕਿ ਸ਼੍ਰੀ ਮੁਖ ਵਾਕਾਂ ਦੇ ਪਾਇਆ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਜੀ ਨੇ ਕਈ ਲਾਛਨਕ ਸ਼ਬਦਾਂ ਦੁਆਰਾ ਅਕਾਲ ਪੁਰਖ ਦਾ ਆਰਾਧਨ ਅਤੇ ਮੰਗਲ ਕੀਤਾ ਹੈ, ਜਿਸ ਪਰ ਕਈ ਅਗਿਆਨੀ ਲੋਕ ਧੋਖਾ ਖਾ ਗਏ ਹਨ, ਕਿਉਂਕਿ ਲਾਛਨਕ ਪਦ ਹਮੇਸ਼ਾ ਹੀ ਆਪਣੇ ਲੱਖ ਨੂੰ ਜਹੀਤੀ, ਅਜਹੀਤੀ ਅਤੇ ਭਾਗ ਤਿਆਗ ਆਦਿਕ ਲੱਛਣਾਂ ਨਾਲ ਦੱਸਦੇ ਹਨ, ਜਿਸ ਤੇ ਵਿਦਿਆਹੀਨ ਲੋਕ ਉਹਨਾਂ ਦੇ ਤਾਤਪਰਜ ਨੂੰ ਨਾ ਜਾਣ ਕੇ ਅਸਲੀ ਭਾਵ ਤੋਂ ਰਹਿ ਜਾਂਦੇ ਹਨ। ਜਹਤੀ ਲਖਣਾ ਉਹ ਹੁੰਦੀ ਹੈ ਜਿਸ ਵਿੱਚ ਸਾਰੇ ਵਾਚ ਅਰਥ ਦਾ ਤਿਆਗ ਕਰਕੇ ਲੱਖ ਨੂੰ ਪ੍ਰਤਿਪਾਦਨ ਕੀਤਾ ਜਾਏ।
ਜਿਸ ਤਰ੍ਹਾਂ ਕੋਈ ਆਦਮੀ ਕਹੇ ਕਿ ਮੈਨੂੰ ਤਖਤ ਨੇ ਇਹ ਹੁਕਮ ਦਿੱਤਾ ਹੈ ਕਿ ਜੰਗ ਕਰਾਂ। ਇਸ ਜਗ੍ਹਾ ਪਰ ਤਖਤ ਨੂੰ ਵਿਚਾਰ ਕਰਨੇ ਤੇ ਇੱਕ ਪਾਤਸ਼ਾਹ ਦੇ ਬੈਠਣ ਦਾ ਸਥਾਨ ਮਾਲੂਮ ਹੁੰਦਾ ਹੈ, ਪਰੰਤੂ ਉਸ ਵਿੱਚ ਇਤਨੀ ਸਮਰੱਥਾ ਨਹੀਂ ਹੈ ਜੋ ਕਿਸੇ ਨੂੰ ਕੋਈ ਆਗਿਆ ਦੇਵੇ। ਇਸ ਵਾਸਤੇ ਇਸ ਪਦ ਦੇ ਅਰਥ ਨੂੰ ਛੱਡ ਕੇ ਇਹ ਮੰਨਣਾ ਪੈਂਦਾ ਹੈ ਕਿ ਤਖਤ ਦਾ ਮਾਲਕ ਜੋ ਪਾਤਸ਼ਾਹ ਹੈ ਉਹ ਆਗਿਆ ਦਿੰਦਾ ਹੈ। ਇਸ ਵਾਸਤੇ ਇਸ ਜਗ੍ਹਾ ਵਾਚ ਅਰਥ ਦਾ ਸਾਰਾ ਤਿਆਗ ਕਰਕੇ ਲੱਖ ਜੋ ਪਾਤਸ਼ਾਹ ਹੈ ਉਸ ਵਿੱਚ ਜਹਤ ਲਖਣਾ ਹੁੰਦੀ ਹੈ। ਇਸੇ ਤਰ੍ਹਾਂ ਨਾਲ ਗੁਰੂ ਮਹਾਰਾਜ ਜੀ ਦੀ ਬਾਣੀ ਵੀ ਕਾਵਿ ਹੋਣ ਦੇ ਕਾਰਨ ਇਸ ਤਰ੍ਹਾਂ ਦੇ ਭਾਵਾਂ ਨਾਲ ਭਰੀ ਹੋਈ ਹੈ, ਜਿਸ ਦੇ ਭਾਵ-ਅਰਥ ਨੂੰ ਨਾ ਜਾਣ ਕੇ ਹਜ਼ਾਰਾਂ ਆਦਮੀ ਇਸ ਦੇ ਸਿਧਾਂਤ ਨੂੰ ਛੱਡ ਗਏ ਹਨ ਅਤੇ ਮਨ ਕਲਪਿਤ ਅਰਥ ਬਣਾ ਬੈਠੇ ਹਨ। ਇਸੇ ਪ੍ਰਕਾਰ ਬਾਣੀ ਵਿੱਚ ਕਿਤੇ ਕਿਤੇ ਅਜਿਹੀ ਲਖਣਾ ਦੇ ਪਦ ਵੀ ਹੁੰਦੇ ਹਨ ਜਿਨ੍ਹਾਂ ਦੇ ਗਿਆਨ ਤੋਂ ਹੀਨ ਲੋਕ ਉਹਨਾਂ ਦਾ ਭਾਵ ਆਪਣੀ ਮਤ ਅਨੁਸਾਰ ਹੋਰ ਦਾ ਹੋਰ ਹੀ ਸਮਝ ਬੈਠਦੇ ਹਨ। ਅਜਿਹੀ ਲਖਣਾ ਵਾਲੇ ਉਹ ਪਦ ਹੁੰਦੇ ਹਨ ਜਿਨ੍ਹਾਂ ਵਿੱਚ ਵਾਚ ਅਰਥ ਦਾ ਵੀ ਗ੍ਰਹਿਣ ਹੋਵੇ ਅਤੇ ਲਖਣਾ ਦੁਆਰੇ ਵਾਚ ਤੇ ਅਧਿਕ ਦਾ ਵੀ ਅੰਗੀਕਾਰ ਕੀਤਾ ਜਾਏ। ਜੈਸਾ ਕਿ ਕੋਈ ਆਦਮੀ ਆਖੇ ਕਿ ਦਹੀਂ ਨੂੰ ਕਾਉ ਨਾ ਖਾ ਜਾਣ। ਇਸ ਜਗ੍ਹਾ ਪਰ ਉਸ ਪੁਰਖ ਦੇ ਬਚਨ ਤੋਂ ਤਾਂ ਕੇਵਲ ਕਾਵਾਂ ਤੇ ਹੀ ਦਹੀਂ ਦੀ ਰਾਖੀ ਦੱਸੀ ਹੈ, ਪਰੰਤੂ ਸੁਣਨੇ ਵਾਲਾ ਉਸ ਦੇ ਕਥਨ ਤੋਂ ਹੋਰ ਵੀ ਗ੍ਰਹਿਣ ਕਰ ਲੈਂਦਾ ਹੈ, ਕਿਉਂਕਿ ਉਹ ਕੁੱਤੇ, ਬਿੱਲੇ ਅਤੇ ਕਿਸੇ ਡੰਗਰ ਆਦਿ ਨੂੰ ਵੀ ਦਹੀਂ ਨਹੀਂ ਖਾਣ ਦਿੰਦਾ, ਜਿਸ ਤੇ ਉਹ ਇਹ ਲਖਣਾ ਕਰਦਾ ਹੈ ਕਿ ਉਸਨੇ ਮੈਨੂੰ ਦਹੀਂ ਦੀ ਰੱਖਿਆ ਵਾਸਤੇ ਆਖਿਆ ਹੈ। ਸੋ ਇਸ ਤੇ ਜਿਤਨੇ ਦਹੀਂ ਦੇ ਵਿਰੋਧੀ ਜੀਵ ਹਨ ਉਹਨਾਂ ਸਾਰਿਆਂ ਦੀ ਰੱਖਿਆ ਕਰਨੀ ਚਾਹੀਏ। ਇਸ ਜਗ੍ਹਾ ਪਰ ਉਸਨੇ ਅਜਹਤੀ ਲਖਣਾ ਨਾਲ ਕਾਵਾਂ ਤੇ ਬਿਨਾਂ ਸਗੋਂ ਹੋਰ ਦਹੀਂ ਦੇ ਵਿਰੋਧੀਆਂ ਦਾ ਵੀ ਗ੍ਰਹਿਣ ਕਰ ਲੀਤਾ। ਇਸੇ ਪ੍ਰਕਾਰ ਕਾਵਿ ਵਕਤਾ ਦੀ ਰਚਨਾ ਵਿੱਚ ਕਈ ਸ਼ਬਦ ਜਾਂ ਪਦ ਅਜਿਹੇ ਹੁੰਦੇ ਹਨ ਜੋ ਅਜਹਤੀ ਲਖਣਾ ਦੁਆਰੇ ਵਿਚਾਰਾਂ ਤੇ ਅਧਿਕ ਦਾ ਗਿਆਨ ਕਰਾਉਂਦੇ ਹਨ, ਜੈਸਾ ਕਿ ਇਹ ਸ਼੍ਰੀ ਮੁਖ ਵਾਗ ਹਨ। ਸ਼੍ਰੀ ਮੁਖ ਵਾਗ ਪਾਤਸ਼ਾਹੀ ਦਸਵੀਂ। ਦੋਹਰਾ। ਨਮਸਕਾਰ ਸ਼੍ਰੀ ਖੜਗ ਕੋ ਕਰੋ ਸੁਹਿਤ ਚਿਤ ਲਾਏ, ਪੂਰਨ ਕਰੋ ਗ੍ਰੰਥ ਇਹ ਤੁਮ ਮੋ ਕਰੋ ਸਹਾਈ। ਇਸ ਜਗ੍ਹਾ ਆਪਣੇ ਕਾਰਜ ਦੇ ਨਿਰਵਿਘਨ ਸਮਾਪਤ ਕਰਨ ਲਈ ਜਦ ਖੜਗ ਨੂੰ ਨਮਸਕਾਰ ਕੀਤੀ ਤਦ ਨਾਲ ਇਹ ਖਿਆਲ ਪੈਦਾ ਹੋ ਜਾਂਦਾ ਹੈ ਕਿ ਕਿਆ ਨਿਰਾ ਖੜਗ ਤੇ ਰੱਖਿਆ ਹੁੰਦੀ ਹੈ, ਜਿਸ ਦੇ ਵਿਚਾਰ ਕਰਨ ਤੇ ਸਗੋਂ ਉਸ ਖੜਗ ਪਾਦ ਤੇ ਅਧਿਕ ਦਾ ਵੀ ਗ੍ਰਹਿਣ ਕਰਨਾ ਪੈਂਦਾ ਹੈ। ਯਥਾ ਭੁਜੰਗ ਪ੍ਰਾਇਆਤ ਛੰਦ। ਨਮੋ ਖੜਗ ਖੰਡੰ ਕਿਰਪਾਣੰ ਕਟਾਰੰ ਸਦਾ ਏਕ ਰੂਪੰ ਸਦਾ ਨਿਰਵਿਕਾਰੰ। ਨਮੋ ਬਾਣ ਪਾਣੰ ਨਮੋ ਦੰਡ ਧਾਰੰ ਜਿਨੈ ਚੋਲ ਲੋਕ ਜਿਨੈ ਚੋਲਾ ਲੋਕ ਜੋਤੰ ਬਿਥਾਰੰ। ਨਮਸਕਾਰੰ ਮੂਰਤੀਰੰ ਤੁਫੰਗੰ ਨਮੋ ਖਗ ਅਧੰਗੰ ਅਭਯੰ ਅਭੰਗੰ। ਗਦਾਯੰ ਗ੍ਰਿਸ਼ਟਯੰ ਨਮੋ ਹਥਿਯੰ ਜਿਨੈ ਤੁਲਿਯੰ ਬੀਰ ਬੀਓ ਨ ਬੀਯੰ। ਰਸਾਵਲ ਛੰਦ। ਨਮੋ ਚੱਕ ਪਾਣੰ ਅਭੂਤੰ ਭਯਾਣੰ। ਨਮੋ ਉਗਰ ਧਾੜੰ ਨਮੋ ਗ੍ਰਿਸ਼ਟ ਗਾੜੰ। ਨਮੋ ਤੀਰ ਤੋਪੰ ਜਿਨੈ ਸ਼ਤਰ ਕੋਪੰ। ਨਮੋ ਧੋਪ ਪੱਟੇ ਜਿਨੈ ਦੁਸ਼ਟ ਦੱਟੇ। ਜਿਤੈ ਸ਼ਸਤਰੇ ਨਾਮੰ ਨਮਸਕਾਰ ਤਾਮੰ। ਜਿਤੈ ਅਸਤਭਯੰ ਨਮਸਕਾਰ ਤੇਯੰ। ਇਸ ਜਗ੍ਹਾ ਪਰ ਖੜਗ ਨੂੰ ਸ਼ਸਤਰ ਜਾਣ ਕੇ ਰੱਖਿਆ ਕਰਤੀ ਆਖਣ ਤੇ ਕਮਾਨ, ਬਾਣ, ਡੰਡਾ, ਤੀਰ, ਤੁਫੰਗ, ਗਦਾ, ਬਰਛੀ, ਚੱਕਰ, ਤੋਪ, ਘੋਪ, ਧੋਪ ਆਦਿਕ ਨੂੰ ਵੀ ਨਮਸਕਾਰ ਕਰਨੀ ਪਈ ਅਤੇ ਫਿਰ ਅੰਤ ਨੂੰ ਇਹ ਆਖਣਾ ਪਿਆ ਕਿ ਸਾਰੇ ਸ਼ਸਤਰਾਂ ਅਤੇ ਅਸਤਰਾਂ ਨੂੰ ਆਪਣੀ ਰੱਖਿਆ ਕਾਰਨ ਮੇਰੀ ਨਮਸਕਾਰ ਹੈ। ਇਸ ਜਗ੍ਹਾ ਪਰ ਇੱਕ ਤੇਗ ਵਿੱਚ ਰੱਖਿਆ ਦੇ ਅੰਗੀਕਾਰ ਕਰਨ ਤੇ ਸਾਰੇ ਸ਼ਸਤਰ ਅਤੇ ਅਸਤਰਾਂ ਵਿੱਚ ਅਜਹਤੀ ਲਖਣਾ ਕੀਤੀ ਗਈ ਹੈ, ਜਿਸ ਤੇ ਸਭ ਦੇ ਨਾਮ ਗਿਣਨੇ ਪਏ। ਇਸ ਵਾਸਤੇ ਇੱਥੇ ਇਹ ਸਿੱਧ ਹੋਇਆ ਕਿ ਕਈ ਜਗ੍ਹਾ ਕਵੀਆਂ ਨੂੰ ਕਾਵਿ ਰਚਨਾ ਵਿੱਚ ਅਜਹਤੀ ਲਖਣਾ ਦਾ ਵੀ ਅੰਗੀਕਾਰ ਕਰਨਾ ਪੈਂਦਾ ਹੈ। ਤੀਸਰਾ, ਜਦ ਫਿਰ ਮੁੜ ਕੇ ਉਹਨਾਂ ਪਦਾਂ ਵਿੱਚ ਭਾਗ ਤਿਆਗ ਲਖਣਾ ਕੀਤੀ ਜਾਂਦੀ ਹੈ
ਤਦ ਅਸਲੀ ਤੱਤ ਦਾ ਗਿਆਨ ਹੋ ਜਾਂਦਾ ਹੈ। ਕਿਉਂਕਿ ਵਿਚਾਰ ਕਰਨੇ ਤੇ ਸ਼ਸਤਰ ਇੱਕ ਜੜ ਲੋਹੇ ਦੇ ਬਣੇ ਹੋਏ ਅਲਪਗ ਪਦਾਰਥ ਹਨ, ਜਿਨ੍ਹਾਂ ਵਿੱਚ ਨਾਸ਼ ਹੋ ਜਾਣਾ, ਟੁੱਟ ਜਾਣਾ ਅਤੇ ਚੁਰਾਏ ਜਾਣ ਆਦਿਕ ਕਈ ਤਰ੍ਹਾਂ ਦੇ ਦੋਖ ਪ੍ਰਾਪਤ ਹਨ। ਇਸ ਵਾਸਤੇ ਜੜ ਵਸਤੂ ਨੂੰ ਨਮਸਕਾਰ ਦਾ ਕਰਨਾ ਗਿਆਨਵਾਨ ਅਤੇ ਧਰਮ ਤੁਜਾ ਤਾਈਂ ਮਹਾ ਅਯੋਗ ਹੈ। ਇਸ ਲਈ ਇਸ ਜਗ੍ਹਾ ਸਾਰੇ ਸ਼ਸਤਰਾਂ ਦੇ ਲੋਸ਼ਟ ਅਰ ਜੜ ਅਲਪਗ ਆਦਿਕ ਗੁਣਾਂ ਦਾ ਤਿਆਗ ਕਰਕੇ ਅਕਾਲ ਪੁਰਖ ਜੋ ਇੱਕ ਸਭ ਸ਼ਸਤਰਾਂ ਦਾ ਸ਼ਸਤਰ ਹੈ ਔਰ ਜਿਸ ਦੀ ਸ਼ਕਤੀ ਸਾਰੇ ਸ਼ਸਤਰਾਂ ਵਿੱਚ ਕੰਮ ਕਰ ਰਹੀ ਹੈ, ਉਸ ਦਾ ਗਿਆਨ ਅੰਗੀਕਾਰ ਕਰਨਾ ਪੈਂਦਾ ਹੈ, ਜਿਸ ਤੇ ਉਸੇ ਨੂੰ ਨਮਸਕਾਰ ਕਰਨੀ ਉਚਿਤ ਸਮਝੀ ਜਾਂਦੀ ਹੈ ਅਤੇ ਲੋਸ਼ਟ ਅਤੇ ਉਹਨਾਂ ਦੀ ਜੜਤਾ ਦੇ ਹਿੱਸੇ ਦਾ ਤਿਆਗ ਹੋ ਜਾਂਦਾ ਹੈ। ਇਸੇ ਤਰ੍ਹਾਂ ਜੋ ਅਕਾਲ ਪੁਰਖ ਦੇ ਅਲੱਖ ਰੂਪ ਨਿਰਗੁਣ ਆਦਿਕ ਸੁਭਾਵਿਕ ਗੁਣ ਹਨ, ਉਹਨਾਂ ਵਿੱਚ ਦ੍ਰਿਸ਼ਟਤਾ ਅਤੇ ਅਲਪਗਤਾ ਆਦਿਕ ਦਾ ਹੋਣਾ ਅਸੰਭਵ ਜਾਣ ਕੇ ਇਤਨੀ ਅੰਸ਼ ਦਾ ਗ੍ਰਹਿਣ ਕੀਤਾ ਜਾਂਦਾ ਹੈ ਕਿ ਉਹ ਆਪਣੀ ਵਿਆਪਕ ਸਰੂਪ ਅਤੇ ਸੂਖਮ ਸਮਰੱਥਾ ਨਾਲ ਇਹਨਾਂ ਸ਼ਸਤਰਾਂ ਦੁਆਰੇ ਸੰਪੂਰਨ ਭਇਆਂ ਤੇ ਰੱਖਿਆ ਕਰਦਾ ਹੈ। ਇਸ ਵਾਸਤੇ ਇਸ ਜਗ੍ਹਾ ਇਸ ਤਰ੍ਹਾਂ ਦੀ ਭਾਗ ਤਿਆਗ ਲਖਣਾ ਤੇ ਕੇਵਲ ਅਕਾਲ ਪੁਰਖ ਦਾ ਹੀ ਗਿਆਨ ਹੁੰਦਾ ਹੈ, ਜਿਸ ਤੇ ਗੁਰੂ ਜੀ ਦਾ ਸਿਧਾਂਤ ਕੇਵਲ ਅਕਾਲ ਦੇ ਆਰਾਧਨ ਦਾ ਹੀ ਸਿੱਧ ਹੁੰਦਾ ਪਾਈਦਾ ਹੈ। ਸਿਰਲੇਖ ਸ਼ਬਦ ਬੋਧ ਦੇ ਕਾਰਨ ਦੁਰਗਾ ਭਗਤ ਦੋਹਰਾ। ਇੱਥੇ ਲਖਣਾ ਕਰਨ ਦੀ ਨਹੀਂ ਲੋੜ ਪਰਮਾਨ, ਜੇ ਸ਼ਬਦਨ ਤੇ ਹੋਤ ਹੈ ਸਭ ਕੋ ਪੂਰਨ ਗਿਆਨ। ਭਾਵ ਲਖਣਾ ਕਰਨ ਦੀ ਲੋੜ ਉੱਥੇ ਹੁੰਦੀ ਹੈ ਜਿੱਥੇ ਪਦਾਂ ਦੇ ਪਦਾਰਥ ਸਮਝਣ ਵਿੱਚ ਸੰਸ਼ੈ ਹੁੰਦਾ ਹੈ, ਪਰੰਤੂ ਇਸ ਜਗ੍ਹਾ ਪਰ ਤਾਂ ਸਾਰੀ ਬਾਣੀ ਦੇ ਅਰਥ ਪ੍ਰਸਿੱਧ ਹਨ ਜਿਨ੍ਹਾਂ ਵਿੱਚ ਕੁਝ ਵੀ ਸੰਸ਼ੈ ਨਹੀਂ ਹੈ। ਫਿਰ ਇਸ ਜਗ੍ਹਾ ਲਖਣਾ ਕਰਨ ਦਾ ਕਿਆ ਪ੍ਰਯੋਜਨ ਹੈ? ਕਿੰਤੂ ਕੇਵਲ ਸ਼ਬਦ ਮਾਤਰ ਤੇ ਹੀ ਸਾਨੂੰ ਗਿਆਨ ਹੋ ਸਕਦਾ ਹੈ ਕਿ ਦੇਵੀ ਦੀ ਉਪਮਾ ਬਿਨਾਂ ਨਿਸ਼ਚੇ ਦੇ ਨਹੀਂ ਕੀਤੀ, ਅਰ ਹਵਨ ਆਦਿਕ ਸਭ ਸਾਧਨ ਉਸ ਦੇ ਦਰਸ਼ਨ ਦੇ ਉਪਯੋਗੀ। ਤਤ ਖਾਲਸਾ ਦੋਹਰਾ। अहो मीत यह सत न जो तुम करा ख्याल, केवल श्रवण मात्र ते शब्द बोध न भाल। भाव निरा ਕੰਨਾਂ ਨਾਲ ਸੁਣ ਕੇ ਹੀ ਸ਼ਬਦ ਦਾ ਪੂਰਾ ਗਿਆਨ ਮੰਨ ਲੈਣਾ ਠੀਕ ਨਹੀਂ ਹੁੰਦਾ, ਕਿੰਤੂ ਸ਼ਬਦ ਬੋਧ ਦੇ ਚਾਰ ਕਾਰਨ ਹੁੰਦੇ ਹਨ ਜਿਨ੍ਹਾਂ ਤੇ ਨਿਰਸੰਦੇਹ ਉਸ ਦੇ ਭਾਵ ਨੂੰ ਸਮਝ ਸਕੀਦਾ ਹੈ। ਸੋ ਚਾਰੇ ਕਾਰਨ ਇਹ ਹਨ, ਜਿਨ੍ਹਾਂ ਵਿੱਚੋਂ ਪਹਿਲਾ ਕਾਂਖਿਆ, ਦੂਸਰਾ ਯੋਗਤਾ, ਤੀਜਾ ਸੰਨਿਧਾਨ ਅਤੇ ਚੌਥਾ ਤਾਤਪਰਜ ਹੁੰਦਾ ਹੈ। ਇੱਕ ਪਦ ਨੂੰ ਦੂਸਰੇ ਦੀ ਇੱਛਾ ਹੋਣ ਦਾ ਨਾਉ ਕਾਂਖਿਆ ਹੈ, ਕਿਉਂਕਿ ਜਿਤਨਾ ਚਿਰ ਪਹਿਲੇ ਪਦ ਨਾਲ ਦੂਜਾ ਨਾ ਮਿਲਾਇਆ ਜਾਵੇ ਉਤਨਾ ਚਿਰ ਉਹ ਆਪਣੇ ਭਾਵ ਨੂੰ ਪ੍ਰਗਟ ਨਹੀਂ ਕਰ ਸਕਦਾ। ਜਿਸ ਤਰ੍ਹਾਂ ਘਾਟ ਪਦ ਨੂੰ ਆਨਿਆ ਪਦ ਦੀ ਲੋੜ ਹੈ, ਕਿਉਂ ਜੇ ਨਿਰਾ ਘਾਟ ਹੀ ਆਖ ਦਈਏ ਤਦ ਇਹ ਪ੍ਰਤੀਤ ਨਹੀਂ ਹੁੰਦਾ ਕਿ ਘੜਾ ਫੁੱਟ ਗਿਆ ਹੈ, ਕਿ ਪਾਣੀ ਦਾ ਭਰਨਾ ਹੈ ਜਾਂ ਖਾਲੀ ਕਰਨਾ ਹੈ। ਇਹ ਪ੍ਰਤੀਤ ਨਹੀਂ ਹੁੰਦਾ ਕਿ ਘੜਾ ਫੁੱਟ ਗਿਆ ਹੈ, ਕਿ ਪਾਣੀ ਦਾ ਭਰਨਾ ਹੈ ਜਾਂ ਖਾਲੀ ਕਰਨਾ ਹੈ, ਕਿੰਤੂ ਨਿਰਸੰਦੇਹ ਗਿਆਨ ਨਹੀਂ ਹੁੰਦਾ। ਇਸ ਵਾਸਤੇ ਜਦ ਉਸ ਦੇ ਨਾਲ ਲੈ ਆਓ ਪਦ ਜਿਸ ਦੀ ਉਸ ਘੜੇ ਪਦ ਨੂੰ ਇੱਛਾ ਹੈ ਲਾ ਦਈਏ, ਤਦ ਝਟ ਗਿਆਨ ਹੋ ਜਾਂਦਾ ਹੈ ਅਰ ਘੜੇ ਨੂੰ ਲੈ ਆਉਂਦਾ ਜਾਂ ਆਈਦਾ ਹੈ। ਇਸ ਵਾਸਤੇ ਪਹਿਲਾ ਕਾਰਨ ਸ਼ਬਦ ਬੋਧ ਦਾ ਕਾਂਖਿਆ ਹੈ, ਦੂਸਰਾ ਕਾਰਨ ਯੋਗਤਾ ਹੈ, ਜਿਸ ਦਾ ਭਾਵ ਇਹ ਹੈ ਕਿ ਕਾਂਖਿਆ ਵਾਲਾ ਪਦ ਵੀ ਯੋਗ ਹੋਵੇ ਕਿੰਤੂ ਅਯੋਗ ਨਾ ਹੋਵੇ। ਜੈਸਾ ਕਿ ਘੜੇ ਦੇ ਨਾਲ ਤਾਂ ਲੈ ਆਓ ਪਦ ਦੀ ਯੋਗਤਾ ਹੈ, ਪਰੰਤੂ ਜੇ ਪਰਬਤ ਲੈ ਆਓ ਜਾਂ ਚੰਦ ਲੈ ਆਓ ਆਖੀਏ ਤਾਂ ਕਾਂਖਿਆ ਤਾਂ ਪੂਰੀ ਜ਼ਰੂਰ ਹੋ ਜਾਏਗੀ, ਜੋ ਪਦ ਨੂੰ ਪਦ ਦੀ ਸੀ ਕਿੰਤੂ ਉਹ ਯੋਗ ਨਹੀਂ ਸੀ। ਇਸ ਵਾਸਤੇ ਉਸ ਤੇ ਪੂਰਾ ਸ਼ਬਦ ਦਾ ਗਿਆਨ ਜੋ ਨਿਸ਼ਚੈ ਹੈ ਆਤਮਕ ਹੈ ਨਹੀਂ ਹੁੰਦਾ, ਕਿਉਂਕਿ ਜੇ ਕਿਸੇ ਆਦਮੀ ਨੂੰ ਆਖੀਏ ਕਿ ਚੰਦ ਲੈ ਆਓ ਜਾਂ ਪਹਾੜ ਲੈ ਆਓ ਤਦ ਉਹ ਹੱਸ ਛੱਡੇਗਾ ਔਰ ਨਿਰਾਰਥਕ ਸਮਝੇਗਾ, ਜਿਸ ਤੇ ਪਦਾਂ ਦੇ ਜਾਂ ਵਾਕਾਂ ਦੇ ਵਿੱਚ ਯੋਗਤਾ ਜ਼ਰੂਰ ਹੋਣੀ ਚਾਹੀਦੀ ਹੈ। ਤੀਸਰਾ ਸੰਨਿਧੀ ਅਰਥਾਤ ਬਿਲੰਥ ਰਹਿਤ ਪਦ ਹੋਣੇ ਚਾਹੀਦੇ ਹਨ।
ਜਿਸ ਦੇ ਪਾਸੋਂ ਪਾਸ ਪਦਾਂ ਦੀ ਰਚਨਾ ਤੇ ਸ਼ਬਦ ਦਾ ਬੋਧ ਨਿਰਯਤਨ ਹੋ ਸਕਦਾ ਹੈ। ਜੈਸਾ ਕਿ ਘੜਾ ਲੈ ਆਓ, ਇਤਨਾ ਆਖਣ ਤੇ ਸੁਣਨੇ ਵਾਲਾ ਛੇਤੀ ਹੀ ਘੜੇ ਨੂੰ ਚੁੱਕ ਲਿਆਉਂਦਾ ਹੈ, ਪਰੰਤੂ ਜੇ ਪਹਿਲੇ ਪਹਿਰ ਤਾਂ ਘੜਾ ਆਖੇ ਅਰ ਸੰਧਿਆ ਨੂੰ ਲਿਆਓ ਕਹੇ, ਤਦ ਸੁਣਨੇ ਵਾਲੇ ਨੂੰ ਕੁਝ ਵੀ ਗਿਆਨ ਨਹੀਂ ਹੁੰਦਾ। ਇਸ ਵਾਸਤੇ ਵਾਕਾਂ ਵਿੱਚ ਸੰਧੀ ਦਾ ਹੋਣਾ ਭਾਵ ਸੰਧੀ ਦਾ ਹੋਣਾ ਵੀ ਉਹਨਾਂ ਦੇ ਗਿਆਨ ਹੋਣ ਲਈ ਜ਼ਰੂਰੀ ਹੈ। ਚੌਥਾ, ਵਕਤਰੀ ਤਾਤਪਰਜ। ਵਕਤਰੀ ਤਾਤਪਰਜ ਸ਼ਬਦ ਗਿਆਨ ਦਾ ਕਾਰਨ ਹੁੰਦਾ ਹੈ, ਕਿਉਂਕਿ ਹਰ ਇੱਕ ਸ਼ਰੋਤਾ ਜਿਤਨਾ ਚਿਰ ਵਕਤਾ ਦੇ ਤਾਤਪਰਜ ਨੂੰ ਨਾ ਸਮਝ ਲਵੇ ਉਤਨਾ ਚਿਰ ਉਹ ਨਿਰਸਿੰਦੇ ਨਹੀਂ ਹੋ ਸਕਦਾ। ਜੈਸਾ ਕਿ ਕਿਸੇ ਨੇ ਕਿਹਾ, ਸੈਦਵ ਲੈ ਆਓ, ਇਸ ਜਗ੍ਹਾ ਪਰ ਸੈਂਧਵ ਨੂਣ ਅਤੇ ਘੋੜੇ ਦਾ ਨਾਮ ਹੋਣੇ ਕਰਕੇ ਸੁਣਨੇ ਵਾਲੇ ਨੂੰ ਉਸ ਵੇਲੇ ਜ਼ਰੂਰੀ ਹੈ ਜੋ ਉਸ ਦੇ ਤਾਤਪਰਜ ਨੂੰ ਸਮਝੇ, ਕਿਉਂਕਿ ਜੇ ਲੰਗਰ ਵਿੱਚ ਪ੍ਰਸ਼ਾਦ ਬਣਾਉਣ ਵੇਲੇ ਸੈਂਧਵ ਲੈ ਆਓ ਪਦ ਦਾ ਤਾਤਪਰਜ ਨਹੀਂ ਸਮਝੇਗਾ ਤਾਂ ਘੋੜਾ ਕਾਠੀ ਪਾ ਕੇ ਲੈ ਆਵੇਗਾ। ਇਸੇ ਤਰ੍ਹਾਂ ਜੇ ਵਸਤਰ ਪਾ ਕੇ ਸੈਰ ਕਰਨ ਲਈ ਜਾਣ ਵਾਸਤੇ ਸੈਂਧਵ ਲੈ ਆਉਂਦੇ ਤਾਤਪਰਜ ਨੂੰ ਨਹੀਂ ਸਮਝੇਗਾ ਤਾਂ ਵੀ ਜ਼ਰੂਰੀ ਹੋਵੇਗਾ ਜੋ ਨੂਣ ਦਾ ਡਲਾ ਲਿਆ ਕੇ ਉਸ ਦੇ ਹੱਥ ਫੜਾਏਗਾ। ਇਸ ਵਾਸਤੇ ਪਦਾਂ ਜਾਂ ਵਾਕਾਂ ਵਿੱਚ ਉਹਨਾਂ ਦੇ ਤਾਤਪਰਜ ਦਾ ਸਮਝਣਾ ਸ਼ਬਦ ਬੋਧ ਦੇ ਵਾਸਤੇ ਆਵਸ਼ਕ ਹੁੰਦਾ ਹੈ, ਜਿਸ ਦੇ ਬਿਨਾਂ ਨਿਰਸੰਦੇਹ ਗਿਆਨ ਨਹੀਂ ਹੁੰਦਾ। ਇਸੇ ਤਰ੍ਹਾਂ ਸਾਨੂੰ ਵੀ ਗੁਰੂ ਮਹਾਰਾਜ ਦੀ ਬਾਣੀ ਦੇ ਪਦ ਅਤੇ ਵਾਕਾਂ ਵਿੱਚ ਜਿੱਥੇ ਜਿੱਥੇ ਸੰਦੇਹ ਪ੍ਰਤੀਤ ਹੁੰਦਾ ਹੈ ਉਥੇ ਉਹਨਾਂ ਚਾਰਾਂ ਬਾਤਾਂ ਨੂੰ ਖਿਆਲ ਕਰਨਾ ਚਾਹੀਦਾ ਹੈ ਕਿ ਇਹਨਾਂ ਵਿੱਚ ਕਾਂਖਿਆ ਕਿਸ ਦੀ ਹੈ ਔਰ ਯੋਗਤਾ ਕਿਆ ਹੈ, ਫਿਰ ਸਨਿਧੀ ਵਾਲੇ ਪਦ ਕੌਣ ਹਨ ਅਤੇ ਗੁਰੂ ਜੀ ਦਾ ਅਸਲ ਤਾਤਪਰਜ ਕਿਆ ਹੈ। ਜਦ ਅਸੀਂ ਇਹਨਾਂ ਕਾਰਨਾਂ ਨੂੰ ਵਿਚਾਰਾਂਗੇ ਤਾਂ ਸਿੱਧ ਹੋ ਜਾਏਗਾ ਕਿ ਗੁਰੂ ਜੀ ਦਾ ਅਸਲੀ ਭਾਵ ਅਕਾਲ ਪੁਰਖ ਦੇ ਆਰਾਧਨ ਦਾ ਹੀ ਹੈ। ਇਸ ਵਾਸਤੇ ਜਦ ਦਸਮ ਗ੍ਰੰਥ ਦੀ ਬਾਣੀ ਵਿੱਚ ਇਹ ਚਾਰੇ ਬਾਤਾਂ ਨੂੰ ਵਿਚਾਰਿਆ ਜਾਏ ਤਦ ਜ਼ਰੂਰ ਇਹ ਗਿਆਨ ਹੋ ਜਾਂਦਾ ਹੈ ਕਿ ਗੁਰੂ ਜੀ ਦਾ ਉਪਦੇਸ਼ ਕੇਵਲ ਅਕਾਲ ਪੁਰਖ ਦੇ ਹੀ ਆਰਾਧਨ ਦਾ ਹੈ। ਦੋਹਰਾ, ਐਸੀ ਬਾਤ ਨ ਦੇ ਵਿਖੇ ਕਰਨੀ ਬਣੇ ਨਾ ਖਿੱਚ, ਤਾਤਪਰਜ ਕਛ ਹੋਰ ਹੀ ਹੁੰਦਾ ਇਨਦੇ ਵਿੱਚ। ਚੌਪਈ, ਇਹ ਦੁਰਗਾ ਦੇ ਭਗਤ ਪਿਆਰੇ, ਤੈਂ ਸਾਡੇ ਇਹ ਬਚਨ ਵਿਚਾਰੇ, ਅਰ ਤੈਨੂੰ ਕੁਛ ਹੋਇਆ ਗਿਆਨ, ਗੁਰਮਤਿ ਦੀ ਹੋ ਗਈ ਪਛਾਣ, ਜਿਸ ਦੇ ਅਰਥ ਭਗਵਤੀ ਸਾਰਾ, ਤੈਂ ਆਪਣੇ ਮਨ ਮਾਏ ਵਿਚਾਰਾ, ਜਾਣ ਲਿਆ ਈਸ਼ਵਰ ਦਾ ਨਾਮ, ਇਹ ਮੈਂ ਨਾ ਚੰਡੀ ਕਾ ਕਾਮ। ਫਿਰ ਹੁਣ ਤਾਂ ਕੁਛ ਮੁਖੋਂ ਬਖਾਨ, ਗੁਰ ਪਰ ਲਾਵੇਂ ਨਹੀਂ ਤੂਫਾਨ, ਉਹ ਸਤਿਗੁਰੂ ਜੋ ਪਾਪ ਵਿਦਾਰਨ, ਆਏ ਥੇ ਧਰ ਪਰ ਸੁਖ ਕਾਰਨ, ਜਿਨ ਬਿਨ ਕਰਤਾ ਹੋਰ ਨਾ ਮਾਨਿਓ, ਕੇਵਲ ਕਾਲ ਸਰਬ ਵਿਦ ਜਾਣਿਓ। ਫਿਰ ਉਨ ਪਰ ਜੋ ਦੋਖ ਲਗਾਏ, ਦੇਵੀ ਦੇ ਪੂਜਕ ਠਹਿਰਾਏ, ਜਿਸ ਦਾ ਖੰਡਨ ਮੈਂ ਕਰ ਦੀਆ, ਅਰ ਤੈਂ ਭਲੀ ਭਾਂਤ ਸੁਨ ਲੀਆ, ਸੋ ਤੂੰ ਦਸ ਸਤ ਹੈ ਨਾਹੀ, ਕਿਆ ਆਇਆ ਤੇਰੇ ਮਨ ਮਾਹੀ, ਹੈ ਟੁੱਚਰ ਤਾਂ ਹੋਰ ਚਲਾ ਦੇ, ਜੋ ਮਨ ਮੈਂ ਹੈ ਖੋਲ ਸੁਣਾ ਦੇ। ਦੋਹਰਾ, ਆਪਣੇ ਅਨੁਭਵ ਨਾਲ ਜਦ ਦੇਖੇ ਹਿਰਦੇ ਵਿਚਾਰ, ਤਾਂ ਇਹ ਬੰਦ ਅਗਿਆਨ ਦੇ ਦੇਵੇਂ ਸਗਲ ਨਿਵਾਰ। ਦੁਰਗਾ ਭਗਤ। ਦੋਹਰਾ, ਮੇਰਾ ਅਨੁਭਵ ਅਜੇ ਵੀ ਮੰਨ ਰਿਹਾ ਇਹ ਸੱਚ, ਦੁਰਗਾ ਪੂਜਨ ਵਿੱਚ ਨਾ ਰੰਚਕ ਦਿਸਦਾ ਕੱਚ। ਚੌਪਈ, है ये मोटी बात प्यारे, जो आवे मन माए हमारे, जिसकी लगन जाए मन होती, लाग रहत हैं फिर संगवती, ताही के गुण निस दिन गावे, और न दूसर नजरी आवे, अर जासों कुछ काम न आवत, ताको नार न कथी मनावत, रहत उपेख्या ताके माही, जाके साथ सिद्ध कुछ नाही, ताते गुर की बानी द्वारे, सिद्ध होत दुर्गा दिकहारे, जाते कई जगह पर गावे, श्री चंडी जगमात बतावे, अरपुन तीन चरित तिसकेरे, तीन बार निज मुख ते टेरे, चंडी वार नाम कर गाए, गुरु ग्रंथ में प्रथम दिखाए, सो जेकर न श्रद्धा होती, अर न जानत दुर्गा ज्योति,
तो ऐसी क्यों रचना करते, अर निज ग्रंथ मैं कात धरते। तांते ऐसी बातां भाई, मैनू सुन न देंदी काई। तेरी बात असर न करदी, जब देखा बाणी गुरु कहदी। अपने बिना उपास्य प्यारे, कौन रचे ना कथा विचारे। जाते ताकी कथा उचारी, सी पूजन दे जोग निहारी। इस शंका का उत्तर देई, फिर कुछ पुछ अगेरे लेई। जितना चेर संसा न जाऊ, तब तक तुमरा ज्ञान ना पाऊ। धर्म माए साध चाहिए निरसिंदे ज्ञान। सुनो सुनी न मानिए अंध लकट प्रमाण। भाव ਭਾਵੇਂ ਤਾਂ ਆਪਣੀ ਉਕਤੀਆਂ ਨਾਲ ਇਸ ਬਾਤ ਨੂੰ ਸਿੱਧ ਕੀਤਾ ਹੈ ਕਿ ਗੁਰੂ ਜੀ ਨੇ ਦੁਰਗਾ ਨੂੰ ਨਹੀਂ ਪੂਜਿਆ, ਪਰੰਤੂ ਹੱਥ ਦੇ ਕੰਗਣ ਨੂੰ ਜਿਸ ਤਰ੍ਹਾਂ ਆਰਸੀ ਦੀ ਲੋੜ ਨਹੀਂ ਹੁੰਦੀ, ਐਸੇ ਤਰ੍ਹਾਂ ਪ੍ਰਤੱਖ ਵਸਤੂ ਨੂੰ ਅਨੁਮਾਨ ਕਰਨ ਦੀ ਜ਼ਰੂਰਤ ਨਹੀਂ ਹੈ। ਸੋ ਜਦ ਅਸੀਂ ਦਸਮ ਗੁਰੂ ਜੀ ਦੇ ਗ੍ਰੰਥ ਸਾਹਿਬ ਵਿੱਚ ਕਈ ਜਗ੍ਹਾ ਚੰਡੀ ਦਾ ਯਸ਼ ਪੜ੍ਹਦੇ ਹਾਂ ਔਰ ਉਸ ਦੀ ਮਹਿਮਾ ਦੇ 3 ਚਰਿੱਤਰ ਲਿਖੇ ਹੋਏ ਹਨ, ਫਿਰ ਕਿਸ ਤਰ੍ਹਾਂ ਆਖ ਦਈਏ ਕਿ ਇਹ ਗੱਲ ਝੂਠੀ ਹੈ। ਕਿਉਂਕਿ ਧਰਮ ਦੇ ਮਾਮਲੇ ਵਿੱਚ ਵਿਚਾਰ ਕਰਨਾ ਅਵਸ਼ ਹੁੰਦਾ ਹੈ, ਪਰੰਤੂ ਜਿਸ ਤਰ੍ਹਾਂ ਅੰਧੇ ਨੂੰ ਲਾਠੀ ਦੇ ਕੇ ਤੋਰ ਦਈਦਾ ਹੈ, ਇਸੇ ਤਰ੍ਹਾਂ ਤੁਰ ਪੈਣਾ ਠੀਕ ਨਹੀਂ ਹੁੰਦਾ। ਤਾਂ ਤੇ ਜਦ ਉਸ ਦੀ ਉਪਾਸਨਾ ਔਰ ਉਸਤਤੀ ਦਸਮ ਗ੍ਰੰਥ ਵਿੱਚ ਸਾਨੂੰ ਮਿਲਦੀ ਹੈ, ਤਾਂ ਫਿਰ ਇਨਕਾਰ ਕਿੱਕੁਰ ਕਰੀਏ। ਤਤ ਖਾਲਸਾ ਦੋਹਰਾ ਚੰਗਾ ਤੈਂ ਉਪਦੇਸ਼ ਦਾ ਕੱਢਿਆ ਚਾਹੇ ਨਿਚੋੜ। ਰਹੀ ਸਹੀ ਮਨ ਆਸ ਜੋ ਸਗੋਂ ਦਿੱਤੀ ਤੋੜ। ਚੌਪਈ ਜੇ ਇਤਨੀ ਹੈ ਬਾਕੀ ਬਾਤ, ਗੁਰ ਦੁਰਗਾ ਦਾ ਹਨ ਯਸ਼ ਗਾਤ। ਅਰ ਤਿਸ ਦੇ ਰਚ ਦੇ ਚਰਿੱਤਰ, ਦਸਮ ਗ੍ਰੰਥ ਵਿੱਚ ਹੈਨ ਬਚਿੱਤਰ। ਤਾਂ ਇਹ ਬਾਤ ਤੁਸਾਂ ਨੇ ਭਈ, ਇਤਨੀ ਪਰਬਲ ਨਹੀਂ ਬਤਾਈ। ਜੇ ਰਚਨਾ ਦੇ ਕਰਨੇ ਹਾਰੇ, ਸ਼ਰਧਾ ਕਰਥਨ ਤਾਏ ਮਝਾਰੇ। ਤਾਂ ਪੁਨ ਦਸਮ ਗ੍ਰੰਥ ਮੈਂ ਦੇਖ, ਰਾਮ ਕ੍ਰਿਸ਼ਨ ਦੇ ਚਰਿਤ ਵਿਸ਼ੇਖ। ਰਾਮ ਅਵਤਾਰ ਤਿਸੀ ਮੈਂ ਗਾਇਆ, ਜਗ ਕਰਤਾਰ। राम अवतार तिसी मैं गाया, जग करता रघुवर को गाया। और पुन कृष्ण कथा जब गाई, छंदन माए काव्य अत पहाई। तहाँ कृष्ण की उपमा करी, सारी श्रेष्ठ तिसी ते धरी। करे रामायण उलथा सारे, बहुर भागवत छंद मझारे। फिर क्या इसते ए सिद्ध होवे, गुर तिन को परमेश्वर जोवे। कदे नहीं तेने ऊपर प्यारे, गुर जी शरदा भी निर्धारे। याते थो एक कौतुक तांका, युद्ध जंग इत उद्यम जाका। अरे अपना निश्चा थो सोई, नव गुरुओं को होवत जोई। इसी प्रकार चंडका बानी, रची ग्रंथ में गुर प्रधानी। करा तर्जमा देव पुराना, जिसमें तिसको ईश बखाना। सो है पौराणिक की बानी, जो लथा कर गुरु बखानी। पर न इष्ट गुरु का सोई, अहे पुराण तर्जमा जोई। अर्जे इतने पर ही भाई, कर विश्वास लए भल भाई। जिस दी कथा ग्रंथ में आवे, इसी ही को गुरु इष्ट बतावे। तो एक नायन हुती विचारी, नंदमती जे नाम उचारी। और आनंद में रहती सोई, जिसते गुर निज नैनन जोई। पर आनंद में रहती सोई, जिसते गुर निज नैनन जोई। इसका भी एक चरित बनाए, तरा ग्रंथ में सहज सुभाए। फिर क्या इसते ए सिद्ध होवे, गुरु नायन की भगत बगोवे। इसी तरह देवी का हाल, उलथा कीनो दीन दयाल। तो कुछ शरदा की न बात, जो तै मैनू कही भरात। ताते ए सब तज बकवास, जो लोगन को है उपहास। गुरमुत को नीके कर देख, जाते सुधरें तुमरे लेख। गुर परमान द्वारे जोई, सिद्ध बात सच्ची है साची है सोई। इन ग्रंथन के उलथा सारे, करत वड्डे अंग्रेज उदारे। महाभारत रामायण आद, अंग्रेजी में रच अनुवाद। तो क्या इसते ए सिद्ध होवा, वह अंग्रेज भगत तिन होवा। ताते ऐसे ही गुर किया कौतक हेत,
तर्जमा थिया इसमें क्या श्रद्धा की गाथा, देखो सोच ਹਿਰਦੇ ਕੇ ਸਾਥਾ। ਸੋ ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।